ਜਮਾਤ ਦੇ ਵਿਸ਼ਾ ਰਾਜਨੀਤੀ ਸ਼ਾਸਤਰ ਦੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਜਿਹੜੇ ਮਹੱਤਵਪੂਰਨ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਮੈਂ ਪਹੁੰਚਿਆ ਹਾਂ ਉਹ ਹੈ ਸੰਘੀ ਕਾਰਜਪਾਲਿਕਾ ਪ੍ਰਧਾਨ ਮੰਤਰੀ। ਸੰਘੀ ਕਾਰਜਪਾਲਿਕਾ ਪ੍ਰਧਾਨ ਮੰਤਰੀ। ਸੋ ਪਿਆਰੇ ਵਿਦਿਆਰਥੀਓ, ਜਿਵੇਂ ਕਿ ਅਸੀਂ ਪਹਿਲਾਂ ਵੀ ਛੋਟੀਆਂ ਜਮਾਤਾਂ 'ਚ ਗੱਲ ਕਰਦੇ ਰਹੇ ਹਾਂ ਕਿ ਭਾਰਤ ਵਿੱਚ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਬਣਾਈ ਗਈ ਹੈ, ਸੰਘ ਦੀ ਸਰਕਾਰ ਬਣਾਈ ਗਈ ਹੈ, ਜਿਹਦੇ ਵਿੱਚ ਕਾਰਜਪਾਲਿਕਾ ਦੋ ਤਰ੍ਹਾਂ ਦੀ ਹੈ, ਨਾਮਾਤਰ ਦੀ ਕਾਰਜਪਾਲਿਕਾ ਤੇ ਅਸਲੀ ਕਾਰਜਪਾਲਿਕਾ। ਨਾਮਾਤਰ ਦੀ ਕਾਰਜਪਾਲਿਕਾ ਰਾਸ਼ਟਰਪਤੀ ਹੈ ਤੇ ਅਸਲੀ ਕਾਰਜਪਾਲਿਕਾ ਪ੍ਰਧਾਨ ਮੰਤਰੀ ਤੇ ਉਹਦਾ ਮੰਤਰੀ ਮੰਡਲ ਹੈ, ਮੰਤਰੀ ਪਰਿਸ਼ਦ ਹੈ। ਸੋ ਅੱਜ ਅਸੀਂ ਗੱਲ ਕਰਾਂਗੇ ਅਸਲੀ ਕਾਰਜਪਾਲਿਕਾ ਪ੍ਰਧਾਨ ਮੰਤਰੀ ਦੇ ਬਾਰੇ ਗੱਲ ਕਰਾਂਗੇ ਕਿ ਪ੍ਰਧਾਨ ਮੰਤਰੀ ਨਿਯੁਕਤੀ ਕਿਵੇਂ ਹੁੰਦੀ ਹੈ, ਪ੍ਰਧਾਨ ਮੰਤਰੀ ਦੀਆਂ ਕਿਹੜੀਆਂ-ਕਿਹੜੀਆਂ ਸ਼ਕਤੀਆਂ ਹੁੰਦੀਆਂ ਹਨ ਤੇ ਪ੍ਰਧਾਨ ਮੰਤਰੀ ਦੀ ਕਿਹੜੀ ਸਥਿਤੀ ਹੈ ਭਾਰਤ ਵਿੱਚ। ਸੋ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਬਾਰੇ ਅਸੀਂ ਗੱਲ ਕਰਦੇ ਹਾਂ। ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੋਣ ਕਾਰਨ ਸ਼ਾਸਨ ਪ੍ਰਬੰਧ ਦੀਆਂ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਦੇ ਹੱਥ ਵਿੱਚ ਹਨ। ਸੰਵਿਧਾਨ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਦੇ ਹੱਥ ਵਿੱਚ ਹਨ, ਪਰ ਸੰਵਿਧਾਨ ਅਨੁਸਾਰ ਉਹ ਆਪ ਇਹਨਾਂ ਸ਼ਕਤੀਆਂ ਦਾ ਪ੍ਰਯੋਗ ਨਹੀਂ ਕਰਦਾ, ਸਗੋਂ ਸੰਘੀ ਸਰਕਾਰ ਦੀਆਂ ਸਾਰੀਆਂ ਸ਼ਕਤੀਆਂ ਦਾ ਵਾਸਤਵਿਕ ਵਿੱਚ ਪ੍ਰਯੋਗ ਪ੍ਰਧਾਨ ਮੰਤਰੀ ਅਤੇ ਉਸ ਦਾ ਮੰਤਰੀ ਪਰਿਸ਼ਦ ਵੱਲੋਂ ਕੀਤਾ ਜਾਂਦਾ ਹੈ। ਸੋ ਰੀਅਲ ਐਗਜ਼ੈਕਟਿਵ ਪ੍ਰਧਾਨ ਮੰਤਰੀ ਹੈ ਤੇ ਉਹਦਾ ਮੰਤਰੀ ਮੰਡਲ ਹੈ। ਸੋ ਭਾਰਤ ਵਿੱਚ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਦੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਦੀ ਸਥਿਤੀ ਬਹੁਤ ਹੀ ਮਜ਼ਬੂਤ ਹੈ। ਸੋ ਵਿਦਿਆਰਥੀਓ, ਸਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਹੋਏਗਾ ਕਿ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ ਤੇ ਕਿਹੜੀਆਂ ਉਹਦੀਆਂ ਸ਼ਕਤੀਆਂ ਹਨ। ਸੋ ਉਹਦੇ ਬਾਰੇ ਵਿੱਚ ਅਸੀਂ ਅੱਗੇ ਜਾ ਕੇ ਹੁਣ ਗੱਲ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਨੂੰ ਭਾਰਤ ਵਿੱਚ ਕਿਵੇਂ ਚੁਣਿਆ ਜਾਂਦਾ ਹੈ। ਇੰਨੀ ਗੱਲ ਯਾਦ ਜ਼ਰੂਰ ਰੱਖਣੀ ਹੈ ਕਿ ਭਾਰਤ ਵਿੱਚ ਸੰਵਿਧਾਨਕ ਤੌਰ ਤੇ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਦੇ ਨਾਂ ਤੇ ਲਿਖੀਆਂ ਹਨ, ਪਰ ਪ੍ਰੈਕਟੀਕਲ ਤੌਰ ਤੇ ਇਹਨਾਂ ਸ਼ਕਤੀਆਂ ਦਾ ਪ੍ਰਯੋਗ ਪ੍ਰਧਾਨ ਮੰਤਰੀ ਤੇ ਉਹਦਾ ਮੰਤਰੀ ਮੰਡਲ ਕਰਦਾ ਹੈ। ਸੋ ਅੱਗੇ ਗੱਲ ਕਰਦੇ ਹਾਂ। ਸਾਡੇ ਦੇਸ਼ ਵਿੱਚ ਪ੍ਰਧਾਨ ਮੰਤਰੀ ਦੀ ਨਿਯੁਕਤੀ ਸੰਵਿਧਾਨ ਦੀ ਧਾਰਾ 75(1) ਦੇ ਅਨੁਸਾਰ ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ, ਪਰ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਨਹੀਂ ਕਰ ਸਕਦਾ। ਉਹ ਕੇਵਲ ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਪਾਰਟੀ ਦੇ ਨੇਤਾ ਜਾਂ ਵਿਅਕਤੀ ਨੂੰ ਹੀ ਪ੍ਰਧਾਨ ਮੰਤਰੀ ਨਿਯੁਕਤ ਕਰ ਸਕਦਾ ਹੈ। ਗੱਲ ਧਿਆਨ ਦੇਣ ਯੋਗ ਇੱਥੇ ਸੌਖੇ ਸ਼ਬਦਾਂ ਵਿੱਚ ਹੈ ਕਿ ਭਾਰਤ ਵਿੱਚ ਜਦੋਂ ਵੀ ਲੋਕ ਸਭਾ ਚੋਣਾਂ ਹੁੰਦੀਆਂ ਹਨ, ਜਿਵੇਂ ਹਾਲ ਹੀ 19 ਮਈ 2019 ਨੂੰ ਹੋਈਆਂ ਸੀ 17ਵੀਂ ਲੋਕ ਸਭਾ ਚੋਣਾਂ, ਤੇ ਉਸ ਸਮੇਂ ਦਰਮਿਆਨ ਜਿਹੜੀ ਪਾਰਟੀ ਨੂੰ ਸਭ ਤੋਂ ਉਚਿਤ ਬਹੁਮਤ 543 ਵਿੱਚੋਂ 272 ਦਾ ਅੰਕੜਾ ਜਿਹੜੀ ਪਾਰਟੀ ਨੇ ਛੂਹ ਲਿਆ ਜਾਂ ਵੱਧ ਸੀਟਾਂ ਲੈ ਗਈ, ਉਸ ਪਾਰਟੀ ਦਾ ਨੇਤਾ ਪ੍ਰਧਾਨ ਮੰਤਰੀ ਬਣੇਗਾ। ਜਿਵੇਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਉਸ ਸਮੇਂ ਸੰਸਦੀ ਦਲ ਦਾ ਨੇਤਾ ਸਾਡੇ ਵਰਤਮਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਚੁਣਿਆ ਸੀ ਤੇ ਪ੍ਰਧਾਨ ਮੰਤਰੀ ਦੇ ਤੌਰ ਤੇ ਨਰਿੰਦਰ ਮੋਦੀ ਬਹੁਮਤ ਦਲ ਦੇ ਨੇਤਾ ਦੇ ਤੌਰ ਤੇ ਉਚਿਤ ਬਹੁਮਤ ਪਾਰਟੀ ਪ੍ਰਾਪਤ ਸੀ ਭਾਰਤੀ ਜਨਤਾ ਪਾਰਟੀ ਨੂੰ। ਅੱਜ ਉਹ ਪਾਰਟੀ ਬਹੁਮਤ ਦੇ ਤੌਰ ਤੇ ਭਾਰਤ ਵਿੱਚ ਪ੍ਰਧਾਨ ਮੰਤਰੀ ਦੇ ਤੌਰ ਤੇ ਨਰਿੰਦਰ ਮੋਦੀ ਜੀ ਕੰਮ ਕਰ ਰਹੇ ਹਨ। ਪਰ ਜੇਕਰ ਇੱਕ ਸਵਾਲ ਪੈਦਾ ਹੁੰਦਾ ਵਾ ਕਿ ਕਿਸੇ ਵੀ ਵਿਅਕਤੀ ਨੂੰ ਜਾਂ ਕਿਸੇ ਵੀ ਪਾਰਟੀ ਨੂੰ ਬਹੁਮਤ ਪ੍ਰਾਪਤ ਨਹੀਂ ਹੁੰਦਾ ਤਾਂ ਉਹਨਾਂ ਸਥਿਤੀਆਂ ਵਿੱਚ ਰਾਸ਼ਟਰਪਤੀ ਉਸ ਪਾਰਟੀ ਦੇ ਨੇਤਾ ਨੂੰ ਬਹੁਮਤ ਸਾਬਤ ਕਰਨ ਦਾ ਸੱਦਾ ਦੇਵੇਗਾ ਜਿਹੜੀ ਪਾਰਟੀ ਨੂੰ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਵੱਧ ਸਥਾਨ ਲੋਕ ਸਭਾ ਦੇ ਪ੍ਰਾਪਤ ਹੋਏ ਹਨ। ਬਹੁਤ ਸਾਰੀ ਉਦਾਹਰਨਾਂ ਹਨ, ਤੁਸੀਂ ਦੇਖ ਸਕਦੇ ਜੇ ਕਿ ਸਾਡੇ ਦੇਸ਼ ਵਿੱਚ 9ਵੀਂ 10ਵੀਂ 11ਵੀਂ 12ਵੀਂ ਈਵਨ ਕਿ 13ਵੀਂ ਲੋਕ ਸਭਾ ਚੋਣਾਂ ਜਿਹੜੀਆਂ ਹੋਈਆਂ ਸੀ ਉਦੋਂ ਲਟਕਦੀ ਸੰਸਦ ਹੋਂਦ ਵਿੱਚ ਆਈ ਸੀ, ਭਾਵ ਕਿਸੇ ਵੀ ਪਾਰਟੀ ਨੂੰ ਉਚਿਤ ਬਹੁਮਤ ਪ੍ਰਾਪਤ ਨਹੀਂ ਹੋਇਆ, ਜਿਹਦਾ ਮੈਂ ਨਾਂ ਲੈ ਰਿਹਾ 272 ਦੇ ਕਰੀਬ ਉਸ ਪਾਰਟੀ ਦੇ ਕੋਲ ਮੈਂਬਰ ਆਫ ਪਾਰਲੀਮੈਂਟ ਦਾ ਹੋਣੇ ਚਾਹੀਦੇ ਹਨ। ਸੋ ਅਜਿਹੀਆਂ ਸਥਿਤੀਆਂ 'ਚ ਰਾਸ਼ਟਰਪਤੀ ਵੀ ਮਨਮਰਜ਼ੀ ਨਹੀਂ ਕਰ ਸਕਦੇ। ਰਾਸ਼ਟਰਪਤੀ ਅਕੋਰਡਿੰਗ ਟੂ ਕਨਸਟੀਟਿਊਸ਼ਨ ਦੇ ਮੁਤਾਬਕ ਉਸ ਪਾਰਟੀ ਨੂੰ ਸੱਦਾ ਦੇਗਾ ਜਿਹਨੂੰ ਬਹੁਮਤ, ਜਿਹੜੀ ਪਾਰਟੀ ਲਾਰਜੈਸਟ ਪਾਰਟੀ ਦੇ ਤੌਰ ਤੇ ਉੱਭਰੀ ਹੈ। ਤੇ ਜੇਕਰ ਉਚਿਤ ਬਹੁਮਤ ਆ ਤਾਂ ਫਿਰ ਰਾਸ਼ਟਰਪਤੀ ਲਈ ਸੌਖਾ ਕੰਮ ਹੈ ਕਿ ਉਸ ਪਾਰਟੀ ਦੇ ਨੇਤਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਵੇਗਾ, ਜਿਵੇਂ ਕਿ ਮੈਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਆਪ ਨੂੰ ਐਗਜ਼ਾਮਪਲ ਦਿੱਤੀ ਹੈ।
ਸੋ ਅੱਗੇ ਜੇਕਰ ਪ੍ਰਧਾਨ ਮੰਤਰੀ ਨੂੰ ਲੋਕ ਸਭਾ ਵਿੱਚ ਬਹੁਮਤ ਦਾ ਸਮਰਥਨ ਪ੍ਰਾਪਤ ਨਾ ਹੋਵੇ ਤਾਂ ਲੋਕ ਸਭਾ ਪ੍ਰਧਾਨ ਮੰਤਰੀ ਵਿਰੁੱਧ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਕਰਕੇ ਉਸ ਨੂੰ ਅਹੁਦੇ ਤੋਂ ਹਟਾ ਸਕਦੀ ਹੈ। ਸੋ ਗੱਲ ਮੁੱਕਦੀ ਹੈ ਕਿ ਪਾਰਲੀਮੈਂਟਰੀ ਸਿਸਟਮ ਦੀ ਇੱਕ ਖੂਬੀ ਹੈ ਕਿ ਪ੍ਰਧਾਨ ਮੰਤਰੀ ਦੀ ਨਿਯੁਕਤੀ, ਸਰਕਾਰ ਦਾ ਟਿਕਣਾ ਲੋਕ ਸਭਾ ਵਿੱਚ ਬਹੁਮਤ ਤੇ ਟਿਕਿਆ ਹੈ। ਬਹੁਮਤ ਦੀ ਸਰਕਾਰ ਮੰਨੀ ਜਾਂਦੀ ਹੈ ਤੇ ਬਹੁਮਤ ਦਲ ਦਾ ਨੇਤਾ ਹੀ ਪ੍ਰਧਾਨ ਮੰਤਰੀ ਬਣੇਗਾ। ਇਹ ਗੱਲ ਕਲੀਅਰ ਹੈ। ਸੰਵਿਧਾਨਕ ਤੌਰ ਤੇ ਰਾਸ਼ਟਰਪਤੀ ਦੁਆਰਾ ਨਿਯੁਕਤੀ ਦੀ ਗੱਲ ਕਹੀ ਗਈ ਹੈ, ਪਰ ਪ੍ਰੈਕਟੀਕਲ ਤੌਰ ਤੇ ਹੈ ਬਹੁਮਤ ਮੈਜੋਰਟੀ ਪਾਰਟੀ ਸਰਕਾਰ ਬਣਾਏਗੀ। ਜੇਕਰ ਪਾਰਟੀ ਨੂੰ ਲੋਕ ਸਭਾ ਵਿੱਚ ਮੈਜੋਰਟੀ ਪ੍ਰਾਪਤ ਨਹੀਂ ਹੈ, ਅਵਿਸ਼ਵਾਸ ਦਾ ਮਤਾ ਉਹਦੇ ਵਿਰੁੱਧ ਆਏਗਾ ਤਾਂ ਸਰਕਾਰ ਡਿੱਗ ਜਾਏਗੀ। ਬਹੁਤ ਸਾਰੀਆਂ ਐਗਜ਼ਾਮਪਲਾਂ ਹਨ, ਜਿਵੇਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਾਡੇ ਕੋਲ 13 ਦਿਨ ਵੀ ਰਹੀ, ਫਿਰ 13 ਮਹੀਨੇ ਵੀ ਰਹੀ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਲੰਬੀਆਂ ਐਗਜ਼ਾਮਪਲਾਂ ਹਨ। ਤੁਸੀਂ ਇਹਦੇ ਬਾਰੇ ਵਿੱਚ ਹੋਰ ਤੁਸੀਂ ਵਿਸਤਾਰਪੂਰਵਕ ਆਪਣੀ ਬੁੱਕ ਵਿੱਚ ਵੀ ਪੜ੍ਹ ਸਕਦੇ ਜੀ। ਸੋ ਅੱਗੇ ਗੱਲ ਕਰਦੇ ਹਾਂ ਅਸੀਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਤੋਂ ਬਾਅਦ। ਜਿਵੇਂ ਦੇਖੋ, ਪ੍ਰਧਾਨ ਮੰਤਰੀ ਦੀ ਨਿਯੁਕਤੀ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸਹੁੰ ਚੁਕਾਈ ਜਾ ਰਹੀ ਹੈ। ਸਾਡੇ ਮਾਣਯੋਗ ਰਾਸ਼ਟਰਪਤੀ ਜੀ ਸ਼੍ਰੀ ਰਾਮਨਾਥ ਕੋਵਿੰਦ ਜੀ ਉਹਨਾਂ ਨੂੰ ਸਹੁੰ ਚੁਕਾ ਰਹੇ ਹਨ। ਇਹ ਹਾਲ ਹੀ ਜਿਹੜੀ ਮਈ 17ਵੀਂ ਲੋਕ ਸਭਾ ਦੇ ਵਿੱਚ ਸਹੁੰ ਚੁੱਕੀ ਹੈ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਕਿਉਂਕਿ ਬਹੁਮਤ ਦਲ ਦੇ ਨੇਤਾ ਦੇ ਤੌਰ ਤੇ ਪ੍ਰਧਾਨ ਮੰਤਰੀ ਨੂੰ ਬਣਨ ਦਾ ਇਹਨਾਂ ਨੂੰ ਸੱਦਾ ਮਿਲਿਆ ਸੀ। ਅੱਗੇ ਗੱਲ ਕਰਦੇ ਅਸੀਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਕਿਹੜੀਆਂ ਯੋਗਤਾ ਹੋਣੀ ਚਾਹੀਦੀਆਂ ਨੇ। ਉਹ ਭਾਰਤ ਦਾ ਸਭ ਤੋਂ ਪਹਿਲੀ ਗੱਲ ਹੈ ਕਿ ਨਾਗਰਿਕ ਹੋਣਾ ਜ਼ਰੂਰੀ ਹੈ। ਉਹ ਸੰਸਦ ਦੇ ਦੋਨਾਂ ਸਦਨਾਂ ਵਿੱਚੋਂ ਕਿਸੇ ਵੀ ਇੱਕ ਸਦਨ ਦਾ ਮੈਂਬਰ ਹੋਣਾ ਚਾਹੀਦਾ ਹੈ। ਸਾਡੇ ਦੋ ਸਦਨ ਹਨ, ਲੋਕ ਸਭਾ ਤੇ ਰਾਜ ਸਭਾ। ਸੋ ਅਕੋਰਡਿੰਗ ਟੂ ਕਨਸਟੀਟਿਊਸ਼ਨ ਉਹ ਕਿਸੇ ਵੀ ਸਦਨ ਦਾ ਮੈਂਬਰ ਹੋਣਾ ਚਾਹੀਦਾ ਹੈ। ਤੇ ਜੇਕਰ ਵਿਦਿਆਰਥੀ ਉਹ ਕਿਸੇ ਵੀ ਸਦਨ ਦਾ ਜਿਹਨੂੰ ਪ੍ਰਧਾਨ ਮੰਤਰੀ ਬਣਨ ਦਾ ਸੱਦਾ ਮਿਲਿਆ ਨਹੀਂ ਮੈਂਬਰ ਆ, ਤਾਂ ਫਿਰ ਕੀ ਹੋਏਗਾ? 6 ਮਹੀਨੇ ਦੇ ਅੰਦਰ ਅੰਦਰ ਉਸ ਨੂੰ ਲੋਕ ਸਭਾ ਜਾਂ ਰਾਜ ਸਭਾ ਦਾ ਮੈਂਬਰ ਬਣਨਾ ਪਵੇਗਾ। ਜੇਕਰ ਨਹੀਂ ਬਣ ਸਕਿਆ ਤਾਂ ਉਸ ਨੂੰ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ। ਉਹ ਸੰਸਦ ਦੇ ਦੋਨਾਂ ਸਦਨਾਂ ਕਿਸੇ ਵੀ ਇੱਕ ਸਦਨ ਦਾ ਮੈਂਬਰ ਹੋਣਾ ਚਾਹੀਦਾ ਹੈ। ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ। ਤੁਹਾਡੇ ਲਈ ਇੱਕ ਬੜੀ ਵਧੀਆ ਐਗਜ਼ਾਮਪਲ ਹੈ ਕਿ 1991 ਵਿੱਚ ਜਦੋਂ ਸ੍ਰੀ VP ਸਿੰਘ ਨੂੰ 1991 ਵਿੱਚ ਜਦੋਂ ਸ੍ਰੀ ਪ੍ਰਧਾਨ ਮੰਤਰੀ ਸ੍ਰੀ ਨਰਸਿਮਹਾ ਰਾਓ ਜੀ ਨੂੰ ਬਤੌਰ ਪ੍ਰਧਾਨ ਮੰਤਰੀ ਬਣਨ ਦਾ ਜਿਹੜਾ ਸੱਦਾ ਮਿਲਿਆ ਸੀ, ਉਹਨਾਂ ਨੇ ਵੋਟ ਆਫ ਕੌਨਫੀਡੈਂਸ ਪ੍ਰਾਪਤ ਕਰ ਲਿਆ ਸੀ। ਤੇ ਇੱਥੇ ਵਿਦਿਆਰਥੀਆਂ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਕਿ ਉਸ ਸਮੇਂ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸਨ, ਜਿਨ੍ਹਾਂ ਦੀ ਤਸਵੀਰ ਸਾਹਮਣੇ ਦਿਖ ਰਹੀ ਹੈ। ਤੇ ਉਸ ਸਮੇਂ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸਨ। ਸ਼੍ਰੀ PV ਨਰਸਿਮਹਾ ਰਾਓ ਸਾਡੇ ਪ੍ਰਧਾਨ ਮੰਤਰੀ ਰਹੇ ਹਨ ਤੇ ਬਾਅਦ ਵਿੱਚ ਉਹ ਸਦਨ ਦੇ ਮੈਂਬਰ ਬਣ ਗਏ ਸੀ। ਸੋ ਇਹ ਕੰਡੀਸ਼ਨ ਆ ਕਿ ਵਿਦਨ 6 ਮੰਥ ਕਿਸੇ ਵੀ ਸਦਨ ਦਾ ਮੈਂਬਰ ਹੋਣਾ ਜ਼ਰੂਰੀ ਹੈ, ਜਿਹੜੇ ਵੀ ਪ੍ਰਧਾਨ ਮੰਤਰੀ ਬਣੇ ਹਨ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਐਗਜ਼ਾਮਪਲਾਂ ਹਨ। ਸਾਬਕਾ ਪ੍ਰਧਾਨ ਮੰਤਰੀ ਸ੍ਰੀ ਦੇਵਗੌੜਾ ਜੀ ਵੀ ਜਦੋਂ ਪ੍ਰਧਾਨ ਮੰਤਰੀ ਬਣੇ ਸੀ, ਉਹ ਵੀ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸਨ, ਪਰ ਬਾਅਦ ਵਿੱਚ ਉਹਨਾਂ ਨੇ ਸਦਨ ਦੀ ਮੈਂਬਰਸ਼ਿਪ ਪ੍ਰਾਪਤ ਕਰ ਲਈ ਸੀ। ਅਗਲੀ ਗੱਲ ਹੈ ਉਹ ਸਾਰੀਆਂ ਯੋਗਤਾ ਰੱਖਦਾ ਹੋਵੇ ਜੋ ਸੰਘੀ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਬਣਨ ਲਈ ਜ਼ਰੂਰੀ ਹਨ। ਮਤਲਬ ਮੈਂਬਰ ਆਫ ਪਾਰਲੀਮੈਂਟ ਬਣਨ ਦੀਆਂ ਜਿਹੜੀਆਂ ਸ਼ਰਤਾਂ ਹਨ ਉਹੋ ਹੀ ਕੰਡੀਸ਼ਨ ਆ ਪ੍ਰਧਾਨ ਮੰਤਰੀ, ਕਿਉਂਕਿ ਪ੍ਰਧਾਨ ਮੰਤਰੀ ਵੀ ਖੁਦ ਪਹਿਲੇ ਨੰਬਰ ਤੇ ਕੀ ਹੈ, ਉਹ ਮੈਂਬਰ ਆਫ ਪਾਰਲੀਮੈਂਟ ਕਿਸੇ ਕਨਸਟੀਟਿਊਸ਼ਨ ਤੋਂ ਬਣੇ ਹੋਣੇ ਚਾਹੀਦੇ ਹਨ। ਜੇਕਰ ਨਹੀਂ ਬਣੇ ਤਾਂ ਉਹ ਬਾਅਦ ਵਿੱਚ 6 ਮਹੀਨੇ ਦੇ ਵਿੱਚ ਬਣਨਾ ਪਵੇਗਾ। ਸੋ ਉਹ ਕੰਡੀਸ਼ਨਾਂ ਉਹਨਾਂ ਤੇ ਵੀ ਲਾਗੂ ਹੁੰਦੀਆਂ ਹਨ ਜੋ ਕਿ ਮੈਂਬਰ ਆਫ ਪਾਰਲੀਮੈਂਟ ਬਣਨ ਦੀਆਂ ਕੰਡੀਸ਼ਨਜ਼ ਹਨ। ਜੇਕਰ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਉਹਦੀ ਘੱਟ ਤੋਂ ਘੱਟ ਉਮਰ 25 ਸਾਲ ਹੋਣੀ ਚਾਹੀਦੀ ਹੈ। ਤੇ ਜੇਕਰ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਉਹਦੀ ਘੱਟ ਤੋਂ ਘੱਟ ਉਮਰ 30 ਸਾਲ ਹੋਣੀ ਚਾਹੀਦੀ ਹੈ। ਜਿਵੇਂ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਰਾਜ ਸਭਾ ਦੇ ਮੈਂਬਰ ਸੀ, ਨਾ ਕਿ ਲੋਕ ਸਭਾ ਦੇ ਮੈਂਬਰ ਸੀ। ਜਦੋਂ ਪ੍ਰਧਾਨ ਮੰਤਰੀ ਸੀ ਉਹ ਕਿਸੇ ਸਰਕਾਰੀ ਜਾਂ ਲਾਭ ਦੇ ਪਦ ਉੱਤੇ ਨਾ ਲੱਗਿਆ ਹੋਵੇ। ਮਤਲਬ ਇਹ ਨਾ ਹੋਵੇ ਕਿ ਉਹ ਜਿਹੜੇ ਵੀ ਪ੍ਰਧਾਨ ਮੰਤਰੀ ਹਨ ਉਹ ਪਹਿਲਾਂ ਕਿਤੇ ਗਵਰਨਮੈਂਟ ਜੌਬ ਕਰਦੇ ਹੋਣ ਜਾਂ ਕੋਈ ਲਾਭਦਾਇਕ ਅਹੁਦੇ ਤੇ ਕੰਮ ਕਰ ਰਹੇ ਹਨ। ਪਿਓਰਲੀ ਉਹ ਮੈਂਬਰ ਆਫ ਪਾਰਲੀਮੈਂਟ
ਹੋਣੇ ਚਾਹੀਦੇ ਹਨ, ਨਹੀਂ ਹਨ ਤਾਂ 6 ਮਹੀਨੇ ਦੇ ਅੰਦਰ ਅੰਦਰ ਬਣਨਾ ਪਏਗਾ। ਬਹੁਮਤ ਦਲ ਦੇ ਨੇਤਾ ਦੇ ਤੌਰ ਤੇ ਹੋਣੇ ਚਾਹੀਦੇ ਹਨ। ਉਹਨਾਂ ਨੂੰ ਸੰਸਦੀ ਦਲ ਦੇ ਨੇਤਾ ਚੋਣਾਂ ਤੋਂ ਬਾਅਦ, ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸੰਸਦੀ ਦਲ ਦੇ ਨੇਤਾ ਦੇ ਤੌਰ ਤੇ ਉਹਨਾਂ ਨੂੰ ਚੁਣਿਆ ਹੋਵੇ। ਪ੍ਰਧਾਨ ਮੰਤਰੀ ਬਣਨ ਤੇ ਸੱਦਾ ਆਏਗਾ। ਬਹੁਮਤ ਹੋਣਾ ਚਾਹੀਦਾ ਹੈ, ਉਚਿਤ ਬਹੁਮਤ। ਜੇਕਰ ਉਚਿਤ ਬਹੁਮਤ ਨਹੀਂ ਤਾਂ ਉਹ ਵੋਟ ਆਫ ਕੌਨਫੀਡੈਂਸ ਪ੍ਰਾਪਤ ਕਰਨਾ ਪਵੇਗਾ। ਤਾਂ ਕਈ ਵਾਰੀ ਇਹੋ ਜਿਹੇ ਹਾਲਾਤ ਵੀ ਬਣ ਗਏ ਹਨ ਕਿ ਵੋਟ ਆਫ ਕੌਨਫੀਡੈਂਸ ਪ੍ਰਾਪਤ ਨਹੀਂ ਕਰ ਸਕੇ ਤਾਂ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਬੜੀ ਵਧੀਆ ਲਾਈਵ ਐਗਜ਼ਾਮਪਲ ਹੈ ਅਟਲ ਬਿਹਾਰੀ ਵਾਜਪਾਈ ਦੀ। 11ਵੀਂ ਲੋਕ ਸਭਾ ਚੋਣਾਂ ਹੋਈਆਂ ਸੀ, ਉਹਨਾਂ ਨੂੰ ਬਹੁਮਤ ਦਲ ਦਾ ਨੇਤਾ ਹੋਣ ਕਰਕੇ, ਕਿਉਂਕਿ ਉਹਦੀ ਪਾਰਟੀ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਸਭ ਤੋਂ ਵੱਧ ਸੀਟਾਂ ਜਿੱਤੀ ਸੀ ਲੋਕ ਸਭਾ ਦੀਆਂ, ਪਰ ਉਹਨਾਂ ਨੂੰ ਪਤਾ ਲੱਗਾ ਸੀ ਕਿ ਮੈਨੂੰ ਬਹੁਮਤ ਨਹੀਂ ਮਿਲ ਸਕਦਾ। ਜਦੋਂ ਵੋਟ ਆਫ ਕੌਨਫੀਡੈਂਸ ਕਰਨਾ ਸੀ ਉਹਨਾਂ ਨੇ, ਤਾਂ ਉਹਨਾਂ ਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ। ਕਹਿਣ ਦਾ ਭਾਵ ਕਿ 13 ਦਿਨਾਂ ਬਾਅਦ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਖਤਮ ਹੋ ਗਈ ਸੀ। ਸੋ ਕਲੀਅਰ ਹੈ ਕਿ ਪ੍ਰਧਾਨ ਮੰਤਰੀ ਉਹੀ ਰਹੇਗਾ ਜਿਹਦੇ ਕੋਲ ਉਚਿਤ ਬਹੁਮਤ ਹੈ। ਅਗਲੀ ਗੱਲ, ਪ੍ਰਧਾਨ ਮੰਤਰੀ ਦਾ ਕਾਰਜਕਾਲ। ਇੱਥੇ ਵੀ ਗੱਲ ਉਹੀ ਆਉਂਦੀ ਹੈ ਕਿ ਪ੍ਰਧਾਨ ਮੰਤਰੀ ਦਾ ਕਾਰਜਕਾਲ ਨਿਸ਼ਚਿਤ ਨਹੀਂ ਹੈ। ਉਹ ਕੇਵਲ ਉਸ ਸਮੇਂ ਤੱਕ ਆਪਣੇ ਅਹੁਦੇ ਤੇ ਰਹਿ ਸਕਦਾ ਹੈ ਜਦੋਂ ਤੱਕ ਉਸ ਨੂੰ ਲੋਕ ਸਭਾ ਵਿੱਚ ਬਹੁਮਤ ਜਾਂ ਵਿਸ਼ਵਾਸ ਪ੍ਰਾਪਤ ਹੈ। ਪਿਆਰੇ ਵਿਦਿਆਰਥੀਓ, ਬੜੀਆਂ ਐਗਜ਼ਾਮਪਲਾਂ ਹਨ ਕਿ ਸਰਕਾਰਾਂ ਡਿੱਗਦੀਆਂ ਦੇਖੀਆਂ ਜਦੋਂ ਉਹਨਾਂ ਦਾ ਵਿਸ਼ਵਾਸ ਗਵਾਚ ਗਿਆ, ਜਦੋਂ ਉਹਨਾਂ ਦੇ ਖਿਲਾਫ ਅਵਿਸ਼ਵਾਸ ਦਾ ਮਤਾ ਆ ਗਿਆ ਜਾਂ ਆਪਣਾ ਬਹੁਮਤ ਸਾਬਤ ਨਹੀਂ ਕਰ ਸਕੇ। ਤੇ ਅੱਜ ਵਾਲੀ ਜਿਹੜੀ ਸਰਕਾਰ ਚੱਲਣ ਦੀ ਹੈ ਸ੍ਰੀ ਨਰਿੰਦਰ ਮੋਦੀ ਦੀ, ਉਹ ਉਚਿਤ ਬਹੁਮਤ ਵਾਲੀ ਹੈ। ਉਹਨੂੰ ਕੋਈ ਖਤਰਾ ਨਹੀਂ ਹੈ, ਪੂਰਨ ਬਹੁਮਤ ਨਾਲ ਸਰਕਾਰ ਚੱਲ ਰਹੀ ਹੈ। ਪ੍ਰਧਾਨ ਮੰਤਰੀ ਦੀ ਤਨਖਾਹ ਦੇ ਭੱਤੇ ਦੀ ਜੇਕਰ ਗੱਲ ਕਰੀਏ ਤੇ ਪ੍ਰਧਾਨ ਮੰਤਰੀ ਦੀ ਤਨਖਾਹ ਅਤੇ ਭੱਤੇ ਸੰਸਦ ਦੁਆਰਾ ਨਿਸ਼ਚਿਤ ਕੀਤੇ ਜਾਂਦੇ ਆ। ਸਮੇਂ-ਸਮੇਂ ਤੇ ਤਬਦੀਲੀਆਂ ਹੁੰਦੀਆਂ ਹਨ। ਤਨਖਾਹ ਤੋਂ ਇਲਾਵਾ ਉਹਨਾਂ ਨੂੰ ਰਹਿਣ ਲਈ ਮਕਾਨ ਵੀ ਮਿਲਦਾ ਹੈ, ਮੁਫਤ ਰਾਸ਼ਟਰੀ ਸਹੂਲਤਾਂ, ਆਵਾਜਾਈ ਦੀ ਸਹੂਲਤਾਂ, ਸਾਰੀਆਂ ਤਰ੍ਹਾਂ ਦੀ ਸਹੂਲਤਾਂ ਮਿਲਦੀਆਂ। ਵਰਤਮਾਨ ਸਮੇਂ 'ਚ ਜੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤੇ ਉਸ ਤਰ੍ਹਾਂ ਤਨਖਾਹ ਜਿਹੜੀ ਆ ਉਹ ਤੇ 2 ਲੱਖ ਹੈ, ਪਰ ਕੋਵਿਡ-19 ਕਰਕੇ ਇਹਨਾਂ ਦੀ ਤਨਖਾਹਾਂ 30% ਘੱਟ ਕੀਤੀਆਂ ਗਈਆਂ ਸੀ। 1,60,000 ਰੁਪਏ ਮਹੀਨਾ ਤਨਖਾਹ ਮਿਲਦੀ ਹੈ ਵਰਤਮਾਨ ਸਮੇਂ। ਕੋਵਿਡ-19 ਦੇ ਸਮੇਂ ਗੱਲ ਕਰ ਰਹੇ ਸੀ। ਸੋ ਪ੍ਰਧਾਨ ਮੰਤਰੀ ਦੀ ਜੇਕਰ ਸਥਿਤੀ ਦੇਖੀ ਜਾਵੇ ਤਾਂ ਬਹੁਤ ਮਜ਼ਬੂਤ ਹੈ। ਪਾਰਲੀਮੈਂਟਰੀ ਸਿਸਟਮ ਦੇ ਵਿੱਚ ਪ੍ਰਧਾਨ ਮੰਤਰੀ ਰਾਜਾ ਹੈ। ਸੋ ਮੇਰੇ ਖਿਆਲ 'ਚ ਤਨਖਾਹ ਦੀ ਗੱਲ ਤੇ ਬਹੁਤ ਉਹਨਾਂ ਵਾਸਤੇ ਵੱਡੀ ਗੱਲ ਨਹੀਂ ਹੈ। ਅਗਲੀ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਦੇ ਕੰਮਾਂ ਬਾਰੇ ਗੱਲ ਕਰੀਏ। ਪਾਵਰਸ ਆਫ ਦਾ ਪ੍ਰਾਈਮ ਮਿਨਿਸਟਰ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਸ਼ਕਤੀਆਂ ਹਨ ਪ੍ਰਧਾਨ ਮੰਤਰੀ ਕੋਲ। ਪਾਰਲੀਮੈਂਟਰੀ ਸਿਸਟਮ ਦੇ ਵਿੱਚ ਸਰਕਾਰ ਨੂੰ ਅਸੀਂ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਕਾਰ ਕਹਿੰਦੇ ਹਾਂ। ਮੰਤਰੀ ਪਰਿਸ਼ਦ ਦਾ ਨਿਰਮਾਣ, ਮੰਤਰੀ ਪਰਿਸ਼ਦ ਦਾ ਗਠਨ ਕਰਨਾ, ਸਾਰਾ ਕੰਮ ਪ੍ਰਧਾਨ ਮੰਤਰੀ ਜਦੋਂ ਬਣ ਜਾਂਦੇ ਹਨ ਉਹਨਾਂ ਨੂੰ ਸਹੁੰ ਚੁਕਾ ਦਿੱਤੀ ਜਾਂਦੀ ਹੈ। ਅੱਗੇ ਅਗਲਾ ਕੰਮ ਉਹਨਾਂ ਦਾ ਕੀ ਹੁੰਦਾ ਕਿ ਆਪਣੇ ਨਾਲ ਮੰਤਰੀ ਪਰਿਸ਼ਦ ਦਾ ਗਠਨ ਕਰਨਾ। ਪ੍ਰਧਾਨ ਮੰਤਰੀ ਵੱਲੋਂ ਲਿਸਟ ਦੇ ਦਿੱਤੀ ਜਾਂਦੀ, ਰਾਸ਼ਟਰਪਤੀ ਸਾਈਨ ਕਰ ਦਿੰਦੇ ਆ ਜਿਹੜੀ ਵੀ ਲਿਸਟ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ। ਸੋ ਪ੍ਰਧਾਨ ਮੰਤਰੀ, ਮੰਤਰੀ ਪਰਿਸ਼ਦ, ਸਾਰਾ ਮੰਤਰੀ ਪਰਿਸ਼ਦ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਘੁੰਮਦਾ ਹੈ। ਮੰਤਰੀ ਪਰਿਸ਼ਦ ਦਾ ਜਨਮ, ਮੌਤ ਕਿਹਾ ਜਾਂਦਾ ਹੈ, ਉਹ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਹੈ। ਉਹਨਾਂ 'ਚ ਮਹਿਕਮੇ ਦੀ ਵੰਡ ਕਰਨੀ, ਕਿਹਨੂੰ ਕਿਹੜਾ ਮਹਿਕਮਾ ਕਿਹਨੂੰ ਦੇਣਾ ਵਾ, ਇਹ ਪ੍ਰਧਾਨ ਮੰਤਰੀ ਦੀ ਆਪਣੀ ਡਿਸਕ੍ਰਿਸ਼ਨ ਹੈ, ਮਰਜ਼ੀ ਹੈ ਉਹਦੀ। ਯੋਗਤਾ ਦੇ ਆਧਾਰ ਤੇ ਉਹ ਉਹਨਾਂ ਵੱਲੋਂ ਮਹਿਕਮਿਆਂ ਦੀ ਵੰਡ ਕਰ ਦਿੱਤੀ ਜਾਂਦੀ ਹੈ। ਮੰਤਰੀ ਪਰਿਸ਼ਦ ਦੀਆਂ ਜਿੰਨੀਆਂ ਵੀ ਮੀਟਿੰਗਾਂ ਹੁੰਦੀਆਂ ਹਨ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੁੰਦੀਆਂ ਹਨ। ਉਹਦਾ ਏਜੰਡਾ ਤਿਆਰ ਹੋ ਜਾਂਦਾ ਹੈ, ਪ੍ਰਧਾਨ ਮੰਤਰੀ ਦੇ ਦਸਤਖਤ ਹੁੰਦੇ ਹਨ। ਮੰਤਰੀਆਂ ਨੂੰ ਅਹੁਦੇ ਤੋਂ ਹਟਾਉਣਾ, ਉਹਨਾਂ ਦੇ ਮਹਿਕਮਿਆਂ 'ਚ ਰੀਸ਼ਫਲਿੰਗ ਕਰਨੀ। ਕਹਿਣ ਦਾ ਭਾਵ ਕਿ ਮੰਤਰੀ ਪਰਿਸ਼ਦ, ਮੰਤਰੀ ਮੰਡਲ ਦੀ ਇੱਕ ਇਹ ਪ੍ਰਧਾਨ ਮੰਤਰੀ ਉਹ ਧੁਰੀ ਹੈ ਜਿਹਦੇ ਦੁਆਲੇ ਸਾਰਾ ਮੰਤਰੀ ਮੰਡਲ ਘੁੰਮਦਾ ਹੈ। ਮੰਤਰੀਆਂ ਨੂੰ ਅਹੁਦੇ ਤੋਂ ਹਟਾਉਣਾ, ਮੰਤਰੀਆਂ ਦੇ ਮਹਿਕਮੇ 'ਚ ਤਬਦੀਲੀ ਕਰਨੀ, ਉਹਨਾਂ ਕੋਲ ਮਹਿਕਮਾ ਵਾਪਸ ਲੈਣਾ ਜੇ ਕੋਈ ਮੰਤਰੀ ਆਪਣੇ ਵਧੀਆ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਜਾਂ ਕੋਈ ਕਰਪਸ਼ਨ ਚਾਰਜਿਸ ਲੱਗ ਗਏ ਹਨ। ਸੋ ਇਹ ਸਾਰਾ ਕੰਮ ਪ੍ਰਧਾਨ ਮੰਤਰੀ ਦੇ ਕੋਲ ਹੈ। ਪ੍ਰਧਾਨ ਮੰਤਰੀ ਦੀ ਬੜੀ ਹੀ ਸ਼ਕਤੀ ਹੈ। ਪ੍ਰਧਾਨ ਮੰਤਰੀ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਜੇਕਰ ਅਸੀਂ ਕੰਪੈਰੀਜ਼ਨ ਕਰੀਏ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਤਾਂ ਪ੍ਰਧਾਨ ਮੰਤਰੀ ਦਾ ਕਰ ਸਕਦੇ ਹਾਂ ਸਾਡੇ ਦੇਸ਼ ਵਿੱਚ, ਨਾ ਕਿ ਰਾਸ਼ਟਰਪਤੀ ਦਾ। ਇਹ ਡਾਕਟਰ BR ਅੰਬੇਦਕਰ ਜੀ ਜਿਹੜੇ ਸਾਡੇ ਸੰਵਿਧਾਨ ਦੇ ਨਿਰਮਾਤਾ, ਉਹਨਾਂ ਦੇ ਇਹ ਸ਼ਬਦ ਹਨ। ਸੋ ਰਾਸ਼ਟਰਪਤੀ ਦੇ ਮੁੱਖ ਸਲਾਹਕਾਰ ਦੇ ਤੌਰ ਤੇ ਵੀ ਸਾਡੇ ਪ੍ਰਧਾਨ ਮੰਤਰੀ ਜੀ ਕੰਮ ਕਰਦੇ ਹਨ। ਸੋ ਬਹੁਤ ਸਮਿਆਂ ਮਾਮਲਿਆਂ ਵਿੱਚ ਰਾਸ਼ਟਰਪਤੀ ਦੁਆਰਾ ਉਹਨਾਂ ਦੀ ਸਲਾਹ ਮੰਨ ਹੀ ਲਈ ਜਾਂਦੀ ਹੈ, ਕਿਉਂਕਿ ਰਾਸ਼ਟਰਪਤੀ ਸਾਡੇ ਦੇਸ਼ ਦੇ ਵਿੱਚ ਅਕੋਰਡਿੰਗ ਟੂ ਕੌਨਸਟੀਟਿਊਸ਼ਨ ਨਾਮ ਮਾਤਰ ਦਾ ਮੁਖੀ ਹੈ।
ਜਿੰਨੀਆਂ ਵੀ ਨਿਯੁਕਤੀਆਂ ਹੁੰਦੀਆਂ ਹਨ, ਜਿਵੇਂ ਸੰਘੀ ਲੋਕ ਸਭਾ ਆਯੋਗ ਦੀਆਂ ਨਿਯੁਕਤੀਆਂ, ਜੱਜਾਂ ਦੀਆਂ ਨਿਯੁਕਤੀਆਂ, ਜੇਕਰ ਦੇਖਿਆ ਜਾਵੇ ਤਾਂ ਉਹ ਪ੍ਰਧਾਨ ਮੰਤਰੀ ਦੀ ਸਲਾਹ ਦੇ ਨਾਲ ਹੀ ਸਾਰੀਆਂ ਹੁੰਦੀਆਂ, ਰਾਸ਼ਟਰਪਤੀ ਦੁਆਰਾ ਸਾਈਨ ਕੀਤੇ ਜਾਂਦੇ ਆ। ਜਿੰਨੇ ਵੀ ਕਮਿਸ਼ਨ ਹਨ, ਸਾਰੀਆਂ ਨਿਯੁਕਤੀਆਂ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਪ੍ਰਧਾਨ ਮੰਤਰੀ ਦੁਆਰਾ ਲਿਸਟਾਂ ਭੇਜੀਆਂ ਜਾਂਦੀਆਂ ਹਨ। ਰਾਸ਼ਟਰਪਤੀ ਅਤੇ ਮੰਤਰੀਆਂ ਵਿਚਕਾਰ ਕੜੀ ਦਾ ਕੰਮ ਵੀ ਪ੍ਰਧਾਨ ਮੰਤਰੀ ਦੁਆਰਾ ਕੀਤਾ ਜਾਂਦਾ ਹੈ। ਕਿਸੇ ਵੀ ਮੰਤਰੀ ਨੇ ਜੇਕਰ ਰਾਸ਼ਟਰਪਤੀ ਨੂੰ ਮਿਲਣਾ ਹੈ ਤਾਂ ਸਭ ਤੋਂ ਪ੍ਰਧਾਨ ਮੰਤਰੀ ਦੀ ਉਸ ਨੂੰ ਮਨਜ਼ੂਰੀ ਲੈਣੀ ਪਵੇਗੀ। ਸੋ ਰਾਸ਼ਟਰਪਤੀ ਅਤੇ ਮੰਤਰੀ ਦੇ ਵਿਚਕਾਰ ਕੌਣ? ਪ੍ਰਧਾਨ ਮੰਤਰੀ ਉਹਨਾਂ ਵਿੱਚ ਇੱਕ ਕੜੀ ਦਾ ਕੰਮ ਕਰਦੇ ਆ, ਤਾਲਮੇਲ ਬਣਾਈ ਰੱਖਦੇ ਹੈ। ਸੋ ਸਾਡੇ ਦੇਸ਼ ਦਾ ਸਰਕਾਰ ਦਾ ਮੁਖੀ, ਸਾਡੇ ਦੇਸ਼ ਵਿੱਚ ਸਰਕਾਰ ਦੇ ਮੁਖੀ ਦੇ ਤੌਰ ਤੇ ਵੀ ਪ੍ਰਧਾਨ ਮੰਤਰੀ ਦੁਆਰਾ ਕੰਮ ਕੀਤਾ ਜਾਂਦਾ ਹੈ। ਬੜਾ ਹੀ ਮਹੱਤਵਪੂਰਨ ਸ਼ਕਤੀ ਹੈ। ਸਰਕਾਰ ਦਾ ਕੋਈ ਵੀ ਫੈਸਲਾ ਹੋਣਾ ਹੋਵੇ, ਉਹ ਪ੍ਰਧਾਨ ਮੰਤਰੀ ਦੀ ਇੱਛਾ ਤੋਂ ਬਾਅਦ, ਪ੍ਰਧਾਨ ਮੰਤਰੀ ਦੀ ਸਲਾਹ ਤੋਂ ਬਗੈਰ ਕੋਈ ਵੀ ਫੈਸਲਾ ਲਾਗੂ ਨਹੀਂ ਹੋ ਸਕਦਾ। ਈਵਨ ਕਿ ਪਾਰਲੀਮੈਂਟ ਵਿੱਚ ਮਹੱਤਵਪੂਰਨ ਜਿਹੜੀਆਂ ਨੀਤੀਆਂ ਦੀ ਅਨਾਉਂਸਮੈਂਟ ਵੀ ਪ੍ਰਧਾਨ ਮੰਤਰੀ ਦੁਆਰਾ ਹੀ ਕੀਤੀ ਜਾਂਦੀ ਹੈ, ਕਿਉਂਕਿ ਪ੍ਰਧਾਨ ਮੰਤਰੀ ਸਾਡੇ ਦੇਸ਼ ਵਿੱਚ ਉਹ ਲੋਕ ਸਭਾ ਦੇ ਮੈਂਬਰ ਵੀ ਹਨ ਜਾਂ ਰਾਜ ਸਭਾ ਦੇ ਮੈਂਬਰ ਵੀ ਹੋ ਸਕਦੇ ਹਨ। ਸੋ ਆਮ ਤੌਰ ਤੇ ਦੇਖਿਆ ਜਾਵੇ ਤਾਂ ਬਹੁਤੇ ਪ੍ਰਧਾਨ ਮੰਤਰੀ ਲੋਕ ਸਭਾ ਦੇ ਮੈਂਬਰ ਹੁੰਦੇ ਹਨ, ਜਿਵੇਂ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਿਹੜੇ ਹਨ ਉਹ ਲੋਕ ਸਭਾ ਦੇ ਮੈਂਬਰ ਹਨ, ਵਰਤਮਾਨ ਪ੍ਰਧਾਨ ਮੰਤਰੀ। ਸੋ ਅਸੀਂ ਦੇਖਦੇ ਹਾਂ ਕਿ ਪਾਰਲੀਮੈਂਟ ਦੇ ਵਿੱਚ ਵੀ ਪ੍ਰਧਾਨ ਮੰਤਰੀ ਦੇ ਤਕਰੀਬਨ ਸਾਰਾ ਸਿਸਟਮ ਘੁੰਮਦਾ ਹੈ। ਰਾਸ਼ਟਰਪਤੀ ਮੰਤਰੀ ਤਾਂ ਆਲਰੇਡੀ ਜਿਹੜੇ ਆ ਉਹ ਪ੍ਰਧਾਨ ਮੰਤਰੀ ਦੀ ਸਲਾਹ ਤੋਂ ਬਗੈਰ ਅੱਗੇ ਨਹੀਂ ਵੱਧ ਸਕਦੇ। ਸੋ ਜਿੰਨੀਆਂ ਵੀ ਨਿਯੁਕਤੀਆਂ ਹੁੰਦੀਆਂ ਹਨ, ਸੰਘੀ ਲੋਕ ਸਭਾ ਆਯੋਗ ਦੇ ਮੈਂਬਰਾਂ ਦੀ ਨਿਯੁਕਤੀਆਂ, ਈਵਨ ਕਿ ਨੀਤੀ ਆਯੋਗ ਦੇ ਜਿਹੜੇ ਐਕਸ ਅਫੀਸ਼ੀਅਲ ਮੈਂਬਰ ਦੇ ਤੌਰ ਤੇ ਪ੍ਰਧਾਨ ਮੰਤਰੀ ਕੰਮ ਕਰਦੇ ਹਨ, ਜਿੰਨੇ ਵੀ ਜੱਜਾਂ ਦੀ ਨਿਯੁਕਤੀਆਂ, ਸੋ ਸਾਰੀਆਂ ਨਿਯੁਕਤੀਆਂ ਭਾਵੇਂ ਰਾਸ਼ਟਰਪਤੀ ਦੁਆਰਾ ਕੀਤੀਆਂ ਜਾਂਦੀਆਂ ਹਨ, ਪਰ ਪ੍ਰਧਾਨ ਮੰਤਰੀ ਦੀ ਸਲਾਹ ਤੋਂ ਬਗੈਰ, ਪ੍ਰਧਾਨ ਮੰਤਰੀ ਦੀਆਂ ਲਿਸਟਾਂ ਤੋਂ ਬਗੈਰ ਰਾਸ਼ਟਰਪਤੀ ਸਿਗਨੇਚਰ ਨਹੀਂ ਕਰਦੇ। ਵਿੱਤ ਉੱਤੇ ਕੰਟਰੋਲ, ਵਿੱਤ ਮੰਤਰੀ ਦੁਆਰਾ ਹਰ ਸਾਲ ਬਜਟ ਪੇਸ਼ ਕੀਤਾ ਜਾਂਦਾ ਹੈ, ਉਹ ਵੀ ਪ੍ਰਧਾਨ ਮੰਤਰੀ, ਕਿਉਂਕਿ ਵਿੱਤ ਮੰਤਰੀ ਵੀ ਆਲਰੇਡੀ ਡਾਇਰੈਕਟਲੀ ਪ੍ਰਧਾਨ ਮੰਤਰੀ ਦੇ ਅਗਵਾਈ ਹੇਠ ਕੰਮ ਕਰ ਰਹੇ ਹਨ। ਕੌਮ ਦੇ ਨੇਤਾ ਦੇ ਰੂਪ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰ ਦੇ ਨੇਤਾ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਕੰਮ ਕਰਦੇ ਹਨ। ਸੋ ਪਿਆਰੇ ਵਿਦਿਆਰਥੀਓ, ਇੱਕ ਬੜੀ ਵਧੀਆ ਇੱਥੇ ਐਗਜ਼ਾਮਪਲ ਦੇਣੀ ਚਾਹਾਂਗੇ ਤੁਹਾਨੂੰ। ਜਿਵੇਂ ਕਿ ਹਾਲ ਹੀ ਪੂਰੇ ਭਾਰਤ ਵਰਸ਼ ਦੇ ਵਿੱਚ ਖੇਤੀ ਕਾਨੂੰਨਾਂ ਦੇ ਉੱਪਰ ਵਿਰੋਧ ਹੋ ਰਿਹਾ ਹੈ। ਖੇਤੀ ਕਾਨੂੰਨ ਜੋ ਕਿ ਪਾਰਲੀਮੈਂਟ ਵਿੱਚ ਬਣ ਚੁੱਕੇ ਹਨ, ਉਹਦੇ ਬਾਰੇ ਬਹੁਤ ਵੱਡੇ ਪੱਧਰ ਤੇ ਕਿਸਾਨੀ ਵਿਰੋਧ ਕਰ ਰਹੀ ਹੈ। ਤੇ ਇਸ ਸਮੇਂ ਦੇਖਿਆ ਜਾਵੇ ਤਾਂ ਸਾਰੀ ਹੀ ਦੁਨੀਆ, ਪੂਰਾ ਵਰਲਡ ਪ੍ਰਧਾਨ ਮੰਤਰੀ ਵੱਲ ਦੇਖ ਰਿਹਾ ਵਾ ਕਿ ਉਹ ਕੌਮ ਦੇ ਨੇਤਾ ਹਨ, ਉਹ ਕੀ ਸੰਬੋਧਨ ਕਰਦੇ ਹਨ, ਕੀ ਕਹਿੰਦੇ ਹਨ, ਖੇਤੀਬਾੜੀ ਕਾਨੂੰਨ ਬਾਰੇ ਕੀ ਆਪਣਾ ਬਿਆਨ ਦਿੰਦੇ ਹਨ। ਕੌਮ ਦੇ ਨੇਤਾ ਦੇ ਰੂਪ ਵਿੱਚ ਕਿਉਂਕਿ ਪ੍ਰਧਾਨ ਮੰਤਰੀ ਹਨ, ਲੋਕਾਂ ਨੇ ਉਹਨਾਂ ਨੂੰ ਚੁਣ ਕੇ ਪਾਰਲੀਮੈਂਟ ਵਿੱਚ ਭੇਜਿਆ ਹੈ, ਡੈਮੋਕ੍ਰੈਟਿਕ ਸੈਟਅਪ ਹੈ, ਤੇ ਲੋਕੀ ਉਹਨਾਂ ਦੇ ਮੂੰਹ ਵੱਲ ਦੇਖ ਰਹੇ ਹਨ ਕਿ ਉਹ ਇਸ ਬਾਰੇ ਆਪਣਾ ਖੇਤੀਬਾੜੀ ਕਾਨੂੰਨਾਂ ਬਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਕੀ ਬਿਆਨ ਦਿੰਦੇ ਹਨ। ਵੱਖ-ਵੱਖ ਮਹਿਕਮਿਆਂ ਵਿੱਚ ਤਾਲਮੇਲ ਬਣਾਉਣਾ, ਮਹਿਕਮਿਆਂ ਦਾ ਕੋਆਰਡੀਨੇਸ਼ਨ ਬਣਾ ਕੇ ਰੱਖਣਾ, ਹਰ ਮਹਿਕਮੇ ਦਾ ਦੂਜੇ ਮਹਿਕਮੇ ਨਾਲ ਕੋਆਰਡੀਨੇਸ਼ਨ ਬਣਾਉਣਾ ਵੀ, ਇਹ ਵੀ ਪ੍ਰਧਾਨ ਮੰਤਰੀ ਦਾ ਬਹੁਤ ਹੀ ਮਹੱਤਵਪੂਰਨ ਕੰਮ ਹੈ। ਸੋ ਗੱਲ ਮੁੱਕਦੀ ਹੈ ਕਿ ਸਾਡੇ ਦੇਸ਼ ਦੇ ਵਿੱਚ ਸਿਸਟਮ ਸੰਘ ਦੀ ਸਰਕਾਰ ਹੈ, ਤੇ ਸੰਘ ਦੀ ਸਰਕਾਰ ਵਿੱਚ ਜਿੰਨੇ ਵੀ ਫੈਸਲੇ ਹਨ ਉਹ ਪ੍ਰਧਾਨ ਮੰਤਰੀ ਦੀ ਯੋਗ ਅਗਵਾਈ ਹੇਠ ਲਾਗੂ ਹੋਣਗੇ। ਜਿੰਨੀਆਂ ਵੀ ਨਿਯੁਕਤੀਆਂ ਹੋਣਗੀਆਂ ਉਹ ਪ੍ਰਧਾਨ ਮੰਤਰੀ ਦੀ ਯੋਗ ਅਗਵਾਈ ਹੇਠ ਹੋਣਗੀਆਂ। ਕੌਮ ਦੇ ਨੇਤਾ ਦੇ ਰੂਪ ਵਿੱਚ, ਦੇਸ਼ ਦੇ ਨੇਤਾ ਰੂਪ ਵਿੱਚ ਪ੍ਰਧਾਨ ਮੰਤਰੀ ਪਾਰਟੀ, ਆਪਣੀ ਪਾਰਟੀ ਦੇ ਨੇਤਾ ਦੇ ਰੂਪ ਵਿੱਚ ਵੀ ਕੰਮ ਕਰਦੇ ਹਨ, ਕਿਉਂਕਿ ਪਾਰਟੀ ਵਿੱਚ ਅਨੁਸ਼ਾਸਨ ਬਣਾਈ ਰੱਖਣਾ, ਪਾਰਟੀ ਨੇ ਹੀ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਚੁਣਿਆ, ਉਹਨਾਂ ਨੂੰ ਨਾਮਜ਼ਦ ਕੀਤਾ ਹੈ। ਜਦੋਂ ਲੋਕ ਸਭਾ ਚੋਣਾਂ ਹੋ ਜਾਂਦੀਆਂ ਹਨ ਤਾਂ ਜਿਹੜੀ ਪਾਰਟੀ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ, ਜਾਂ ਜਿਹੜੀ ਪਾਰਟੀ ਆਪਣਾ ਵੋਟ ਆਫ ਕਾਨਫੀਡੈਂਸ ਪ੍ਰਾਪਤ ਕਰਨਾ ਚਾਹੁੰਦੀ ਹੈ ਉਹਨਾਂ ਵੱਲੋਂ ਇੱਕ ਸੰਸਦੀ ਦਲ ਦਾ ਇੱਕ ਨੇਤਾ ਚੁਣਿਆ ਜਾਂਦਾ ਹੈ, ਤੇ ਉਹ ਸੰਸਦੀ ਦਲ ਦਾ ਨੇਤਾ ਹੀ ਪ੍ਰਧਾਨ ਮੰਤਰੀ ਬਾਅਦ ਰਾਸ਼ਟਰਪਤੀ ਦੁਆਰਾ ਬਣਾਇਆ ਜਾਂਦਾ ਹੈ, ਜਿਵੇਂ ਕਿ ਅਸੀਂ ਪਿੱਛੇ ਗੱਲ ਕੀਤੀ ਹੈ। ਸੋ ਵੱਖ-ਵੱਖ ਮਹਿਕਮੇ ਵਿੱਚ ਤਾਲਮੇਲ ਬਣਾਈ ਰੱਖਣਾ, ਕੌਮ ਦੇ ਨੇਤਾ ਦੇ ਰੂਪ ਵਿੱਚ ਵਿੱਤ ਉੱਤੇ ਪੂਰਾ ਕੰਟਰੋਲ ਹੈ, ਨਿਯੁਕਤੀਆਂ ਉੱਪਰ ਪੂਰਾ ਕੰਟਰੋਲ ਹੈ, ਸਰਕਾਰ ਦਾ ਮੁਖੀ ਹੈ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਮੰਤਰੀਆਂ ਵਿਚਕਾਰ ਕੜੀ ਦਾ ਕੰਮ ਕਰਦੇ ਹਨ। ਮੰਤਰੀਆਂ ਨੂੰ ਅਹੁਦੇ ਤੋਂ ਸਹੁੰ ਚੁਕਾਉਣੀ, ਅਹੁਦੇ ਤੋਂ ਹਟਾਉਣਾ, ਉਹਨਾਂ ਦੇ ਮਹਿਕਮਿਆਂ ਦੇ ਵਿੱਚ ਰੀਸ਼ਫਲਿੰਗ ਕਰ ਦੇਣੀ, ਮੰਤਰੀਆਂ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਨੀ, ਇਹ ਸਾਰਾ ਕੰਮ, ਸਾਰੀਆਂ ਸ਼ਕਤੀਆਂ
ਪ੍ਰਧਾਨ ਮੰਤਰੀ ਦੇ ਕੋਲ ਹਨ। ਪ੍ਰਧਾਨ ਮੰਤਰੀ ਮੰਤਰੀ ਪਰਿਸ਼ਦ ਨਾਲ ਮੀਟਿੰਗ ਕਰਨ ਸਮੇਂ ਦੀ ਅਸੀਂ ਜੇਕਰ ਗੱਲ ਕਰਦੇ ਹਾਂ ਤੇ ਪ੍ਰਧਾਨ ਮੰਤਰੀ ਸਾਰੀਆਂ ਮੀਟਿੰਗਾਂ ਦੀ ਅਗਵਾਈ ਕਰਦੇ ਹਨ। ਤੁਸੀਂ ਤਸਵੀਰ ਵਿੱਚ ਦੇਖ ਸਕਦੇ ਜੇ ਕਿ ਪ੍ਰਧਾਨ ਮੰਤਰੀ ਜੀ, ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਮੰਤਰੀ ਪਰਿਸ਼ਦ ਦੀ ਮੀਟਿੰਗ ਕਰਨ ਸਮੇਂ ਦਿਖਾਈ ਦੇ ਰਹੇ ਹਨ। ਸੋ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਦੀ ਜੇਕਰ ਸਥਿਤੀ ਦੇਖੀ ਜਾਵੇ ਤਾਂ ਬਹੁਤ ਹੀ ਮਜ਼ਬੂਤ ਹੈ। ਭਾਰਤ ਵਿੱਚ ਪ੍ਰਧਾਨ ਮੰਤਰੀ ਦਾ ਉਹਦਾ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਡਾਕਟਰ ਭੀਮ ਰਾਓ ਅੰਬੇਦਕਰ ਜੀ ਅਨੁਸਾਰ ਜੇ ਸ਼ਕਤੀਆਂ ਅਮਰੀਕਾ ਦੇ ਰਾਸ਼ਟਰਪਤੀ ਕੋਲ ਹਨ, ਜੋ ਭਾਰਤ ਵਿੱਚ ਉਹ ਸ਼ਕਤੀਆਂ ਪ੍ਰਧਾਨ ਮੰਤਰੀ ਕੋਲ ਹਨ। ਕਹਿਣ ਦਾ ਭਾਵ ਹੈ ਕਿ ਜੇਕਰ ਅਸੀਂ ਜੋ ਸ਼ਕਤੀਆਂ, ਹੁਣ ਦੇਖੋ ਅਮਰੀਕਾ USA, ਅਮਰੀਕਾ ਵਿੱਚ ਹਾਲ ਹੀ ਚੋਣਾਂ ਰਾਸ਼ਟਰਪਤੀ ਦੀਆਂ ਚੋਣਾਂ ਹੈ, ਉੱਥੇ ਪ੍ਰਧਾਨਗੀ ਸਰਕਾਰ ਹੈ। ਸਾਡੇ ਦੇਸ਼ ਵਿੱਚ ਕਿਹੜੀ ਸਰਕਾਰ ਹੈ? ਸੰਸਦੀ ਪ੍ਰਣਾਲੀ ਦੀ ਸਰਕਾਰ। ਇੱਥੇ ਮੈਂ ਥੋੜੀ ਜਿਹੀ ਗੱਲ ਵਿਦਿਆਰਥੀਓ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਕਿ ਸੰਸਦੀ ਸਰਕਾਰ ਉਹ ਸਰਕਾਰ ਹੈ ਜਿਹਦੇ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ 'ਚ ਗੂੜਾ ਸੰਬੰਧ ਪਾਇਆ ਜਾਂਦਾ ਹੈ ਤੇ ਕਾਰਜਪਾਲਿਕਾ ਆਪਣੇ ਸਾਰੇ ਕੰਮਾਂ ਲਈ ਵਿਧਾਨਪਾਲਿਕਾ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ ਤੇ ਜਿਹਦੇ ਵਿੱਚ ਰਾਸ਼ਟਰਪਤੀ, ਚਲੋ ਅਸੀਂ ਰਾਸ਼ਟਰਪਤੀ ਕਹਿ ਰਹੇ ਹਾਂ, ਜਿਹਦੇ ਵਿੱਚ ਮੁੱਖ ਕਾਰਜ ਸਾਧਕ ਮੁਖੀ ਨਾਮ ਮਾਤਰ ਦਾ ਹੁੰਦਾ ਹੈ ਤੇ ਅਸਲੀ ਕਾਰਜ ਸਾਧਕ ਮੁਖੀ ਉਹ ਕੌਣ ਹੈ? ਭਾਰਤ ਵਿੱਚ ਪ੍ਰਧਾਨ ਮੰਤਰੀ, ਤੇ ਨਾਮ ਮਾਤਰ ਦੇ ਕੌਣ ਹਨ? ਰਾਸ਼ਟਰਪਤੀ। ਸੋ ਜੇਕਰ ਜੇ ਅਸੀਂ ਕੰਪੈਰੀਜ਼ਨ ਕਰਨਾ ਹੋਵੇ ਭਾਰਤ ਵਿੱਚ, ਤਾਂ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਭਾਰਤ ਦੇ ਰਾਸ਼ਟਰਪਤੀ ਨਾਲ ਕੰਪੇਅਰ ਨਹੀਂ ਕਰ ਸਕਦੇ, ਕਿਉਂਕਿ ਜੋ ਅਮਰੀਕਾ ਦੇ ਰਾਸ਼ਟਰਪਤੀ ਕੋਲ ਸ਼ਕਤੀਆਂ ਹਨ ਪ੍ਰਧਾਨਗੀ ਸਰਕਾਰ ਹੋਣ ਕਰਕੇ ਅਮਰੀਕਾ ਦੇ ਵਿੱਚ, ਉਹ ਭਾਰਤ ਵਿੱਚ ਸੰਸਦੀ ਸਰਕਾਰ ਹੋਣ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਸ਼ਕਤੀਆਂ ਹਨ। ਰਾਸ਼ਟਰਪਤੀ ਨਾਮ ਮਾਤਰ ਦੇ ਮੁਖੀ ਦੇ ਤੌਰ ਤੇ ਭੂਮਿਕਾ ਨਿਭਾ ਰਹੇ ਹਨ। ਰਾਸ਼ਟਰਪਤੀ ਸੰਵਿਧਾਨਕ ਮੁਖੀ ਹਨ। ਸਰਕਾਰ ਦੇ ਮੁਖੀ ਦੇ ਤੌਰ ਤੇ ਕੌਣ ਕੰਮ ਕਰ ਰਹੇ ਹਨ? ਪ੍ਰਧਾਨ ਮੰਤਰੀ ਸਾਡੇ ਕੰਮ ਕਰ ਰਹੇ ਹਨ। ਸੋ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਉਣਾ, ਸਰਕਾਰ ਦੀਆਂ ਸਾਰੀਆਂ ਨੀਤੀਆਂ ਲਈ ਜ਼ਿੰਮੇਵਾਰ ਕੌਣ ਹਨ? ਸਾਡੇ ਪ੍ਰਧਾਨ ਮੰਤਰੀ ਹਨ। ਸੋ ਇਹ ਫਰਕ ਵਾ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਦੇ ਵਿੱਚ, ਪ੍ਰਧਾਨਗੀ ਸਰਕਾਰ ਦੇ ਵਿੱਚ ਤੇ ਸੰਸਦੀ ਸਰਕਾਰ ਦੇ ਵਿੱਚ। ਸੰਸਦੀ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਸੁਪਰੀਮ ਮੰਨਿਆ ਜਾ ਰਿਹਾ ਹੈ, ਪਰ ਜੇਕਰ ਸੰਵਿਧਾਨਕ ਤੌਰ ਤੇ ਦੇਖਿਆ ਜਾਵੇ ਤਾਂ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਕੋਲ ਹਨ, ਪਰ ਪ੍ਰੈਕਟੀਕਲ ਪ੍ਰਧਾਨ ਮੰਤਰੀ ਦੇ ਉਹਦੇ ਮੰਤਰੀ ਮੰਡਲ ਕੋਲ ਹਨ। ਜੇਕਰ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਪ੍ਰਧਾਨਗੀ ਸਰਕਾਰ ਹੈ ਤੇ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਜ਼ਿਆਦਾ ਪਾਵਰਫੁਲ ਹੈ। ਇੰਨੀਆਂ ਸਾਰੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਤਾਨਾਸ਼ਾਹ ਨਹੀਂ ਬਣ ਸਕਦਾ, ਕਿਉਂਕਿ ਡੈਮੋਕ੍ਰੈਟਿਕ ਸੈਟਅਪ ਹੈ, ਕਿਉਂਕਿ ਸੰਸਦੀ ਸਰਕਾਰ ਜ਼ਿੰਮੇਵਾਰ ਸਰਕਾਰ ਹੈ, ਕਿਉਂਕਿ ਉਸਨੂੰ ਸਾਰਾ ਕੰਮ ਸੰਵਿਧਾਨ ਅਨੁਸਾਰ ਹੀ ਕਰਨਾ ਪੈਂਦਾ ਹੈ। ਹਾਂ, ਦੋ ਸਥਿਤੀਆਂ ਵਿੱਚ ਪ੍ਰੋਬਲਮ ਆ ਜਾਂਦੀ ਹੈ ਥੋੜੀ ਜਿਹੀ, ਕਿਉਂਕਿ ਪ੍ਰਧਾਨ ਮੰਤਰੀ ਦੀ ਸਥਿਤੀ ਥੋੜੀ ਜਿਹੀ ਘੱਟ ਮਜ਼ਬੂਤ ਉੱਥੇ ਹੋ ਜਾਂਦੀ ਹੈ ਜਿੱਥੇ ਰਲੀ ਮਿਲੀ ਸਰਕਾਰ ਬਣੀ, ਕੋਲੀਸ਼ਨ ਗਵਰਨਮੈਂਟ ਬਣੀ ਹੈ, ਕਿਉਂਕਿ ਦੂਸਰੀਆਂ ਪਾਰਟੀਆਂ ਦੇ ਦਬਾਅ ਹੇਠ ਕਈ ਵਾਰ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈ। ਜਿੱਥੇ ਬਹੁਮਤ ਹੈ ਉੱਥੇ ਪ੍ਰਧਾਨ ਮੰਤਰੀ ਦੀ ਸਥਿਤੀ ਕਾਫੀ ਮਜ਼ਬੂਤ ਹੋ ਜਾਂਦੀ ਹੈ। ਸੋ ਇੰਨੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਕਈ ਵਾਰੀ ਇਹ ਮਹਿਸੂਸ ਹੁੰਦਾ ਵਾ ਕਿ ਜੇਕਰ ਡੈਮੋਕ੍ਰੈਟਿਕ ਸੈਟਅਪ ਨਾ ਹੋਵੇ ਤਾਂ ਪ੍ਰਧਾਨ ਮੰਤਰੀ ਤਾਨਾਸ਼ਾਹ ਬਣ ਸਕਦਾ, ਪਰ ਕਿਉਂਕਿ ਸਾਡੇ ਦੇਸ਼ ਵਿੱਚ ਵਿਰੋਧੀ ਪਾਰਟੀ ਹੈ, ਉਹਨੂੰ ਵੀ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਹੁੰਦੀ ਹੈ, ਪਬਲਿਕ ਓਪੀਨੀਅਨ ਆ, ਕਿਉਂਕਿ ਲੋਕਾਂ ਨੇ ਵੋਟਾਂ ਪਾਈਆਂ ਹਨ। ਡੈਮੋਕ੍ਰੈਟਿਕ ਸੈਟਅਪ ਹੈ, ਪਾਰਲੀਮੈਂਟਰੀ ਸਿਸਟਮ ਹੈ ਜਿਹਦੇ ਵਿੱਚ ਜ਼ਿੰਮੇਵਾਰ ਸਰਕਾਰ ਹੈ, ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ। ਜਦੋਂ ਪਾਰਲੀਮੈਂਟ ਦੀ ਕਾਰਵਾਈ ਚੱਲਦੀ ਹੈ ਜ਼ਿੰਮੇਵਾਰ ਠਹਿਰਾਇਆ ਜਾਂਦਾ, ਮੰਤਰੀਆਂ ਨੂੰ ਉਹਨਾਂ ਦੇ ਕੰਮਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ। ਜੇਕਰ ਕੋਈ ਮੰਤਰੀ ਕਰਪਸ਼ਨ ਚਾਰਜ ਲੱਗੇ ਹਨ ਉਹਨੂੰ ਅਸਤੀਫਾ ਦੇਣਾ ਪੈਂਦਾ ਹੈ। ਸੋ ਇਸ ਤਰ੍ਹਾਂ ਨਹੀਂ ਹੈ ਕਿ ਪ੍ਰਧਾਨ ਮੰਤਰੀ ਤਾਨਾਸ਼ਾਹ ਬਣ ਜਾਏਗਾ। ਇੰਨੀਆਂ ਸਾਰੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਤਾਨਾਸ਼ਾਹ ਨਹੀਂ ਬਣ ਸਕਦਾ, ਪਰ ਸਥਿਤੀ ਉੱਥੇ ਥੋੜੀ ਜਿਹੀ ਹੋ ਜਾਂਦੀ ਹੈ, ਕਮਜ਼ੋਰ ਹੋ ਜਾਂਦੀ ਹੈ ਪ੍ਰਧਾਨ ਮੰਤਰੀ ਦੀ, ਜਿੱਥੇ ਕੋਲੀਸ਼ਨ ਗਵਰਨਮੈਂਟ ਹੈ, ਜਿੱਥੇ ਰਲੀਆਂ ਮਿਲੀਆਂ ਸਰਕਾਰਾਂ ਬਣਦੀਆਂ ਰਹੀਆਂ ਹਨ ਸਾਡੇ ਦੇਸ਼ ਵਿੱਚ, ਜਿਸ ਕਰਕੇ ਜਿੱਦਾਂ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਰਿਹਾ ਹੈ, UPA 1 UPA 2 ਰਿਹਾ ਵਾ। ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, 14 ਪਾਰਟੀਆਂ ਸੀ, ਉਦੋਂ ਉਹਨਾਂ ਨੇ ਸਰਕਾਰ ਰਲ ਕੇ ਚਲਾਈ। ਸੋ ਇਹਨਾਂ ਸਥਿਤੀਆਂ ਵਿੱਚ ਕਈ ਵਾਰ ਪ੍ਰਧਾਨ ਮੰਤਰੀ ਤੇ ਕਾਫੀ ਦਬਾਅ ਹੋਣ ਕਾਰਨ ਉਹਦੀ ਸਥਿਤੀ ਥੋੜੀ ਜਿਹੀ ਕਮਜ਼ੋਰ ਹੋ ਜਾਂਦੀ ਹੈ। ਬਾਕੀ ਪ੍ਰਧਾਨ ਮੰਤਰੀ ਦੀ ਆਪਣੇ ਵਿਅਕਤੀਤਵ ਤੇ ਵੀ ਡਿਪੈਂਡ ਕਰਦਾ ਹੈ। ਜਿਵੇਂ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਰਹੇ ਹਨ ਸ਼੍ਰੀਮਤੀ ਇੰਦਰਾ ਗਾਂਧੀ, ਪੰਡਿਤ ਨਹਿਰੂ ਜੀ ਰਹੇ ਹਨ, ਉਹਨਾਂ ਦੀ ਸਥਿਤੀ ਬੜੀ ਮਜ਼ਬੂਤ ਸੀ ਕਿਉਂਕਿ ਉਹਨਾਂ ਦਾ ਵਿਅਕਤੀਤਵ ਬੜਾ ਪ੍ਰਭਾਵਸ਼ਾਲੀ ਸੀ।
ਹੁਣ ਵਰਤਮਾਨ ਪ੍ਰਧਾਨ ਮੰਤਰੀ ਦੀ ਵੀ ਆਪਣਾ ਵਿਅਕਤੀਤਵ ਪ੍ਰਭਾਵਸ਼ਾਲੀ ਹੈ, ਨਰਿੰਦਰ ਮੋਦੀ ਜੀ। ਸੋ ਇਹ ਗੱਲਾਂ ਸਾਰੀਆਂ ਡਿਪੈਂਡ ਕਰਦੀਆਂ ਹਨ ਸਥਿਤੀ ਤੇ। ਇੱਕ ਡਿਪੈਂਡ ਕਰਦੀ ਹੈ ਗੱਲ ਬਹੁਮਤ ਤੇ। ਜੇਕਰ ਉਚਿਤ ਬਹੁਮਤ ਹੈ ਤਾਂ ਫਿਰ ਸ਼ਕਤੀਆਂ, ਫਿਰ ਪ੍ਰਧਾਨ ਮੰਤਰੀ ਦੀ ਸਥਿਤੀ ਬਹੁਤ ਸਟਰੋਂਗ ਹੈ। ਜੇਕਰ ਕੋਲੀਸ਼ਨ ਗਵਰਨਮੈਂਟ ਦੇ ਆਧਾਰ ਤੇ ਸਰਕਾਰ ਬਣੀ ਹੈ, ਫਿਰ ਥੋੜੀ ਜਿਹੀ ਕਮਜ਼ੋਰ ਹੋ ਜਾਏਗੀ। ਜੇਕਰ ਪ੍ਰਧਾਨ ਮੰਤਰੀ ਖੁਦ ਹੀ ਵੀਕ ਹੈ, ਖੁਦ ਹੀ ਆਲਸੀ ਹੈ, ਤੇ ਉਹਦੇ ਵਿੱਚ ਆਪਣੇ ਕਈ ਹੀ ਡਰਾਬੈਕ ਹਨ, ਤਾਂ ਉਹਦੀ ਸਥਿਤੀ ਹੋਰ ਘਟ ਜਾਵੇਗੀ। ਸੋ ਡਿਪੈਂਡ ਕਰਦਾ ਪ੍ਰਧਾਨ ਮੰਤਰੀ ਦੇ ਵਿਅਕਤੀਤਵ ਤੇ ਵੀ ਡਿਪੈਂਡ ਕਰਦਾ ਹੈ। ਓਵਰਆਲ ਦੇਖਿਆ ਜਾਵੇ ਤਾਂ ਭਾਰਤ ਵਿੱਚ ਪ੍ਰਧਾਨ ਮੰਤਰੀ ਦੀ ਸਥਿਤੀ ਕਾਫੀ ਮਜ਼ਬੂਤ ਹੈ। ਸਾਇੰਸ ਦੀ ਸਰਕਾਰ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਵਾਲੀ ਸਰਕਾਰ ਵੀ ਕਿਹਾ ਜਾਂਦਾ ਹੈ। ਸੋ ਜੇਕਰ ਪ੍ਰਧਾਨ ਮੰਤਰੀ ਦੀ ਮਜ਼ਬੂਤ ਸਥਿਤੀ ਦੇਖੀ ਜਾਵੇ ਤਾਂ ਤੁਸੀਂ ਦੇਖ ਸਕਦੇ ਜੇ ਕਿ ਪ੍ਰਧਾਨ ਮੰਤਰੀ ਇੱਕ ਉਹ ਧੁਰੀ ਹੈ ਜਿਹਦੇ ਦੁਆਰੇ ਸਾਰਾ ਮੰਤਰੀ ਮੰਡਲ ਘੁੰਮਦਾ ਹੈ। ਸਾਰੇ ਮੰਤਰੀ ਉਹਨਾਂ ਦੀ ਸਲਾਹ ਲੈਂਦੇ ਹਨ, ਉਸ ਤੋਂ ਬਗੈਰ ਕੋਈ ਵੀ ਕਾਨੂੰਨ ਨਹੀਂ ਬਣ ਸਕਦਾ। ਪਾਰਲੀਮੈਂਟ ਵਿੱਚ ਵੀ, ਈਵਨ ਕਿ ਕੌਮ ਦੇ ਨੇਤਾ ਦੇ ਤੌਰ ਤੇ ਵੀ, ਰਾਸ਼ਟਰਪਤੀ ਦੇ ਤੌਰ ਤੇ, ਰਾਸ਼ਟਰਪਤੀ ਨੂੰ ਸਲਾਹ ਦੇਣ ਦੇ ਤੌਰ ਤੇ ਰਾਸ਼ਟਰਪਤੀ ਮੋਸਟਲੀ ਉਹਨਾਂ ਦੀ ਸਲਾਹ ਮੰਨਦੇ ਹਨ। ਮੰਤਰੀ ਸਾਰੇ ਉਹਨਾਂ ਦੇ ਆਲੇ ਦੁਆਲੇ ਘੁੰਮਦੇ ਹਨ। ਉਹਨਾਂ 'ਚ ਮਹਿਕਮੇ ਦੀ ਵੰਡ ਕਰਨੀ, ਉਹਨਾਂ ਦੇ ਮਹਿਕਮਾ ਚੇਂਜ ਕਰਨਾ, ਤਬਦੀਲੀ ਕਰਨੀ, ਲੋਕ ਕੌਮ ਨੂੰ ਸੰਬੋਧਨ ਕਰਨਾ, ਬਾਹਰਲੇ ਦੇਸ਼ਾਂ ਵਿੱਚ ਜਾ ਕੇ ਸਮਝੌਤੇ ਕਰਨੇ। ਰਾਸ਼ਟਰਪਤੀ ਦੇਖਦੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਬਾਹਰਲੇ ਦੇਸ਼ਾਂ ਨਾਲ ਬਹੁਤ ਸਾਰੇ ਉਹਨਾਂ ਨੇ ਐਗਰੀਮੈਂਟ ਕੀਤੇ। ਅੱਜ ਭਾਰਤ ਦੀ ਸਥਿਤੀ ਏਸ਼ੀਆ ਮਹਾਦੀਪ ਦੇ ਵਿੱਚ ਬਹੁਤ ਹੀ ਸਟਰੋਂਗ ਮੰਨੀ ਜਾ ਰਹੀ ਹੈ। ਅੱਜ ਭਾਰਤ ਡਿਵੈਲਪਿੰਗ ਕੰਟਰੀ ਤੋਂ ਡਿਵੈਲਪਡ ਕੰਟਰੀ ਵੱਲ ਨੂੰ ਜਾ ਰਿਹਾ ਹੈ। ਸੋ ਇਹ ਸਾਰਾ ਕੁਝ ਪ੍ਰਧਾਨ ਮੰਤਰੀ ਦੀ ਸਥਿਤੀ ਤੇ ਡਿਪੈਂਡ ਕਰਦਾ ਹੈ ਕਿ ਪ੍ਰਧਾਨ ਮੰਤਰੀ ਕੀ ਕੰਮ ਕਰਦੇ ਹਨ। ਸੋ ਪਿਆਰੇ ਵਿਦਿਆਰਥੀਓ, ਸੋ ਅੱਜ ਦਾ ਵਿਸ਼ਾ ਮਹੱਤਵਪੂਰਨ ਵਿਸ਼ਾ ਹੀ, ਜਿਹਦੇ ਵਿੱਚ ਅਸੀਂ ਗੱਲ ਕੀਤੀ ਕਿ ਭਾਰਤ ਵਿੱਚ ਪ੍ਰਧਾਨ ਮੰਤਰੀ, ਜਿਹਨੂੰ ਆਪਾਂ ਅਸਲੀ ਕਾਰਜਪਾਲਿਕਾ ਕਹਿੰਦੇ ਹਨ, ਉਹਦੀ ਸਥਿਤੀ ਕੀ ਹੈ, ਪ੍ਰਧਾਨ ਮੰਤਰੀ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ, ਨਿਯੁਕਤੀ ਕਿਵੇਂ ਹੁੰਦੀ ਹੈ, ਤੇ ਪ੍ਰਧਾਨ ਮੰਤਰੀ ਦੀਆਂ ਕਿਹੜੀਆਂ-ਕਿਹੜੀਆਂ ਸ਼ਕਤੀਆਂ ਹਨ, ਕਿਹੜੀਆਂ-ਕਿਹੜੀਆਂ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਹਨ। ਸੋ ਇਸ ਤੋਂ ਬਾਅਦ ਅਸੀਂ ਗੱਲ ਕੀਤੀ ਕਿ ਪ੍ਰਧਾਨ ਮੰਤਰੀ ਦੀ ਸਥਿਤੀ ਕੀ ਹੈ। ਪ੍ਰਧਾਨ ਮੰਤਰੀ ਦੀ ਸਥਿਤੀ ਬਹੁਤ ਹੀ ਸਟਰੋਂਗ ਮੰਨੀ ਜਾਂਦੀ ਹੈ। ਪ੍ਰਧਾਨ ਮੰਤਰੀ ਦੀ ਸਥਿਤੀ ਬਹੁਤ ਹੀ ਸਟਰੋਂਗ ਹੈ। ਸੋ ਇਸ ਕਰਕੇ ਮਤਲਬ ਤੁਸੀਂ, ਇਹ ਤੁਹਾਡਾ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ। ਤੁਸੀਂ ਇਸ ਨਾਲ ਸੰਬੰਧਿਤ ਜਿੰਨੇ ਵੀ ਪ੍ਰਸ਼ਨ ਹਨ, ਤੁਸੀਂ ਆਮ ਤੌਰ ਤੇ ਤੁਹਾਨੂੰ ਸਾਡੇ ਪੇਪਰਾਂ ਦੇ ਵਿੱਚ ਜਿਹੜਾ ਨਵਾਂ ਪੈਟਰਨ ਹੈ, ਉਹਦੇ ਵਿੱਚ ਤੁਹਾਨੂੰ ਬਹੁਤੇ ਆਬਜੈਕਟਿਵ ਟਾਈਪ MCQ ਸਵਾਲ ਜਿਹੜੇ ਆ ਉਹ ਹੀ ਆਉਣਗੇ। ਸੋ ਤੁਸੀਂ ਇਹਦੇ ਬਾਰੇ ਵਿੱਚ ਸਵਾਲ ਜਿਹੜੇ ਆ, ਤੁਸੀਂ 1 ਨੰਬਰ ਵਾਲੇ, 2 ਨੰਬਰ ਵਾਲੇ ਸਵਾਲ ਜਿਹੜੇ ਆ, ਤੁਸੀਂ ਪ੍ਰਸ਼ਨ ਜਿਹੜੇ ਆ ਉਹ ਆਪਣੀ ਬੁੱਕ ਦੇ ਵਿੱਚ ਜ਼ਰੂਰ ਸਟੱਡੀ ਕਰਨੇ। ਸਟੱਡੀ ਕਰਨ ਤੋਂ ਬਾਅਦ ਤੁਹਾਨੂੰ ਜਿੰਨਾ ਵੀ ਅਸੀਂ ਲੈਕਚਰ ਦੇ ਵਿੱਚ ਗੱਲ ਕੀਤੀ ਹੈ, ਉਹਨਾਂ ਦੇ ਜਵਾਬ ਤੁਹਾਨੂੰ ਸਪਸ਼ਟ ਮਿਲ ਜਾਣਗੇ ਵੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ, ਪ੍ਰਧਾਨ ਮੰਤਰੀ ਦੀਆਂ ਕਿਹੜੀਆਂ-ਕਿਹੜੀਆਂ ਸ਼ਕਤੀਆਂ ਹਨ, ਪ੍ਰਧਾਨ ਮੰਤਰੀ ਦੀ ਕੀ ਸਥਿਤੀ ਹੈ, ਪ੍ਰਧਾਨ ਮੰਤਰੀ ਨੂੰ ਕੌਮ ਦਾ ਨੇਤਾ ਕਿਉਂ ਕਿਹਾ ਜਾਂਦਾ ਹੈ, ਬਹੁਮਤ ਦਲ ਦਾ ਨੇਤਾ ਉਹਨਾਂ ਨੂੰ ਕਿਉਂ ਕਿਹਾ ਜਾਂਦਾ ਹੈ। ਸੋ ਇਹ ਸਾਰੀਆਂ ਗੱਲਾਂ ਦੇ ਜਵਾਬ ਤੁਸੀਂ ਇਸ ਲੈਕਚਰ ਵਿੱਚ ਦੁਬਾਰਾ ਸੁਣ ਕੇ ਵੀ ਪ੍ਰਾਪਤ ਕਰ ਸਕਦੇ ਜੇ। ਅੰਤ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।